बिखियन स्यों काहे रचियो, निमख न होए उदास। कहो नानक भज हर मना, परै न जम की फास। पहले सलोक के अंदर गुरु जी ने सानू मछली की एग्जाम्पल दे के समझाया सी कि मछली जिहड़ी है समुंदर के अंदर या पानी के अंदर किसी भी तरह का पानी भावें हो लेक है जां नदी है जां वड्डा समुंदर है, वो मछली का जीवन उस समुंदर के अंदर उस पानी के अंदर उस लेक के अंदर वो मगन होकर जींदी है। क्यों जींदी है? क्योंकि वो अपनी कोई अलग मंग नहीं। वो ये नहीं कहती कि इस समुंदर का या ਇਹਦਾ स्वाद ਜਿਹੜਾ खारा है तो मैं इत्थे नहीं रहना, मैनू खूह ਦੇ ਵਿੱਚ ਸੁੱਟ ਦਿੱਤਾ ਜਾਏ ਜਿੱਥੇ ਪਾਣੀ ਦਾ ਸਵਾਦ ਮਿੱਠਾ ਹੈ। ਜਾਂ ਕੋਈ ਤਲਾਬ ਦੀ ਮਛਲੀ ਉਹ ਕਹਿੰਦੀ ਨੇ ਮੈਨੂੰ ਤਲਾਬ ਛੋਟਾ ਲੱਗਦਾ, ਮੈਨੂੰ ਸਮੁੰਦਰ ਦੇ ਵਿੱਚ ਪਾ ਦਿੱਤਾ ਜਾਏ। ਮਛਲੀ ਦੀ ਆਪਣੀ ਕੋਈ ਡਿਮਾਂਡ ਨਹੀਂ, ਮਛਲੀ ਦੀ ਆਪਣੀ ਕੋਈ ਮੰਗ ਨਹੀਂ, ਇਸ ਕਰਕੇ ਉਹ ਆਪਣਾ ਆਨੰਦਮਈ ਜੀਵਨ ਜਿਹੜਾ ਉਹ ਪਾਣੀ ਦੇ ਵਿੱਚ ਜੀਂਦੀ ਹੈ। ਹੁਣ ਅਗਲੇ ਸਲੋਕ ਦੇ ਅੰਦਰ ਗੁਰੂ ਸਾਹਿਬ ਜੀ ਕਹਿੰਦੇ ਨੇ, ਬਿਖਿਅਨ ਸਿਉ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ। ਬਿਖਿਅਨ ਦਾ ਅਰਥ, ਬਿਖ ਦਾ ਅਰਥ ਹੁੰਦਾ ਹੈ ਪੋਇਜ਼ਨ, ਜ਼ਹਿਰ। ਬਿਖਿਅਨ ਦਾ ਅਰਥ ਹੈ ਬਹੁਤ ਸਾਰੀਆਂ ਐਸੀਆਂ ਚੀਜ਼ਾਂ, ਆਬਜੈਕਟਸ ਜਿਨ੍ਹਾਂ ਪਿੱਛੇ ਲੱਗ ਕੇ ਨਿਮਖ ਨਾ ਹੋਏ ਉਦਾਸ। ਬੰਦਾ ਜਿਹੜਾ ਉਹ ਕਦੇ ਉਦਾਸ ਨਹੀਂ ਹੁੰਦਾ, ਹਮੇਸ਼ਾ ਚੀਜ਼ਾਂ ਪਿੱਛੇ ਭੱਜਦਾ ਰਹਿੰਦਾ ਹੈ। ਆਬਜੈਕਟਸ ਉਹ ਕੁਛ ਵੀ ਹੋ ਸਕਦਾ ਹੈ। ਜੇ ਅਸੀਂ ਸੌਖਾ ਸਮਝਣਾ ਹੋਏ ਤਾਂ ਕੋਈ ਵੀ ਐਸੀ ਚੀਜ਼ ਜਿਹੜੀ ਸਾਨੂੰ ਬਾਹਰ ਵੱਲ ਨੂੰ ਖਿੱਚੇ, ਆਪਣੇ ਤੋਂ ਬਾਹਰ, ਉਹ ਕੁਛ ਵੀ ਹੋ ਸਕਦੀ ਹੈ। ਜਿਹੜੀ ਵੀ ਚੀਜ਼ ਸਾਨੂੰ ਬਾਹਰ ਵੱਲ ਨੂੰ ਖਿੱਚਦੀ ਹੈ ਉਹ ਬਿਖ ਹੈ, ਉਹ ਪੋਇਜ਼ਨ ਹੈ। ਬਿਖਿਅਨ ਸਿਉ ਕਾਹੇ ਰਚਿਓ, ਹੇ ਮੇਰੇ ਮਨ ਤੂੰ ਬਿਖਿਆ ਦੇ ਨਾਲ, ਤੂੰ ਪੋਇਜ਼ਨ ਦੇ ਵਿੱਚ, ਤੂੰ ਇੰਨੀਆਂ ਜਿਹੜੇ ਆਬਜੈਕਟਸ ਨੇ ਦੁਨੀਆ ਦੇ, ਪੈਸਾ, ਸ਼ੋਹਰਤ, ਨਾਮ, ਸੋਸ਼ਲ ਸਟੇਟਸ, ਰਿਲੇਸ਼ਨਸ਼ਿਪਸ, ਪ੍ਰੋਪਰਟੀ, ਜੋ ਵੀ ਆਮ ਸੰਸਾਰੀ ਲੋਕ ਕਰਦੇ ਉਹਨੂੰ ਸਭ ਬਿਖ ਹੈ। ਤੁਸੀਂ ਕੋਈ ਵੀ ਇੱਕ ਐਸੀ ਚੀਜ਼ ਨਹੀਂ ਕਹਿ ਸਕਦੇ ਕਿ ਨਹੀਂ ਇਹ ਬਿਖ ਨਹੀਂ ਜੀ, ਇਹ ਪੋਇਜ਼ਨ ਨਹੀਂ, ਮੈਂ ਤੇ ਇਹ ਤੇ ਕਿਹਾ ਹੀ ਗਿਆ ਤੇ ਕਰਨਾ ਹੀ ਪਏਗਾ ਤੇ ਕਰਨਾ ਹੀ ਚਾਹੀਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਕੁਛ ਵੀ ਜੋ ਬਾਹਰ ਹੈ ਤੁਹਾਨੂੰ ਬਾਹਰ ਵੱਲ ਨੂੰ ਖਿੱਚੇ ਸਭ ਬਿਖ ਹੈ। ਬਿਖਿਅਨ ਸਿਉ ਕਾਹੇ ਰਚਿਓ, ਤੋਂ ਇਹਨਾਂ ਦੇ ਨਾਲ ਕਿਉਂ ਰਚਿਆ ਹੋਇਆ? ਸਵੇਰ ਤੋਂ ਲੈ ਕੇ ਸ਼ਾਮ ਤੱਕ ਤੂੰ ਬਾਹਰ ਨੂੰ ਭੱਜਦਾ ਰਹਿੰਦਾ, ਸਵੇਰ ਤੋਂ ਲੈ ਕੇ ਸ਼ਾਮ ਤੱਕ, ਜਨਮ ਤੋਂ ਲੈ ਕੇ ਮਰਨ ਤੱਕ ਤੇਰੀ ਇਹੀ ਦੌੜ ਹੈ ਕਿ ਬਾਹਰ ਵੱਲ ਨੂੰ ਭੱਜਣਾ, ਬਾਹਰੋਂ ਕੁਛ ਮਿਲ ਜਾਏ, ਬਾਹਰੋਂ ਕੁਛ ਇਕੱਠਾ ਕਰ ਲਵਾਂ। ਬਟ ਗੁਰੂ ਸਾਹਿਬ ਜੀ ਕਹਿੰਦੇ ਨੇ, ਨਿਮਖ ਨਾ ਹੋਏ ਉਦਾਸ। ਤੂੰ ਇੱਕ ਪਲ ਦੇ ਲਈ ਵੀ ਬਾਹਰੀਆਂ ਚੀਜ਼ਾਂ ਤੋਂ ਤ੍ਰਿਪਤ ਨਹੀਂ ਹੁੰਦਾ, ਬਾਹਰੀਆਂ ਚੀਜ਼ਾਂ ਤੋਂ ਤੈਨੂੰ ਕਦੇ ਵੀ ਇੰਨਾ ਸੁੱਖ ਜਾਂ ਇੱਦਾਂ ਦੀ ਤੇਰੇ ਮਨ ਦੇ ਅੰਦਰ ਇੱਕ ਅਵਸਥਾ ਨਹੀਂ ਆਉਂਦੀ ਕਿ ਤੂੰ ਟੁੱਟ ਜਾਏ, ਤੇਰੇ ਮਨ ਦੇ ਅੰਦਰ ਇਹ ਬਰਾਗ ਜਾਗ ਜਾਏ ਕਿ ਨਹੀਂ ਬਾਹਰ ਕੁਛ ਨਹੀਂ ਰੱਖਿਆ। ਨਹੀਂ, ਤੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੱਜਦਾ ਰਹਿਣਾ। ਜੇ ਕਦੇ ਤੇਰੇ ਮਨ ਦੇ ਅੰਦਰ ਕੋਈ ਬੈਰਾਗ ਵੀ ਜਾਗਦਾ, ਕੋਈ ਸ਼ੰਕਾ ਵੀ ਜਾਗਦੀ ਹੈ, ਤੇ ਤੇਰੇ ਆਲੇ ਦੁਆਲੇ ਦੀ ਜਿਹੜੀ ਸੁਸਾਇਟੀ ਹੈ ਉਹ ਇੱਦਾਂ ਦੇ ਲੋਕਾਂ ਦੇ ਵਿੱਚ ਤੂੰ ਘਿਰਿਆ ਹੋਇਆ ਕਿ ਉਹ ਤੁਹਾਨੂੰ ਕਹਿਣਗੇ ਨਹੀਂ ਨਹੀਂ, ਜੇ ਤੁਸੀਂ ਕਹੋ ਕਿ ਨਹੀਂ ਮੇਰਾ ਬਾਹਰ ਕੋਈ ਇੰਟਰਸਟ ਨਹੀਂ ਰਿਹਾ, ਮੇਰਾ ਕੋਈ ਮਨ ਨਹੀਂ ਕਰਦਾ ਕੋਈ ਕੰਮ ਕਰਨ ਨੂੰ, ਆਈ ਐਮ ਨੋਟ ਇੰਟਰਸਟਿਡ ਇਨ ਵਰਲਡਲੀ ਅਫੇਅਰਸ, ਤੇ ਉਹ ਕਹਿਣਗੇ ਨਹੀਂ ਨਹੀਂ ਇੱਦਾਂ ਨਹੀਂ ਹੁੰਦਾ, ਲੱਗੇ ਰਹਿਣਾ ਚਾਹੀਦਾ ਹੈ, ਜ਼ਿੰਦਗੀ ਹੈ ਇੱਦਾਂ ਹੀ ਚੱਲਦੀ ਹੈ, ਬੀ ਕੌਨਫੀਡੈਂਟ। ਫਿਰ ਤੁਹਾਨੂੰ ਕਹਿਣਗੇ ਮੋਟੀਵੇਸ਼ਨਲ ਸਪੀਕਰਸ ਅੱਜ ਕੱਲ੍ਹ ਬਹੁਤ ਚੱਲਦੇ ਨੇ, ਤੁਸੀਂ ਦੇਖੋਗੇ ਔਨਲਾਈਨ ਯੂਟਿਊਬਸ ਵੀਡੀਓ ਜਾਂ ਕਾਫੀ ਭਰਮਾਰ ਹੈ ਉਹਨਾਂ ਦੀ। ਕਾਹਦੇ ਲਈ ਹੈ? ਜਿਨ੍ਹਾਂ ਲੋਕਾਂ ਦਾ ਇੰਟਰਸਟ ਨਹੀਂ ਹੈ ਬਾਹਰ ਭੱਜਣ ਲਈ, ਉਹਨਾਂ ਦਾ ਇੰਟਰਸਟ ਬਣਾਉਣ ਦੇ ਲਈ, ਮੁੜ ਕੇ ਉਹਨਾਂ ਨੂੰ ਉਹਨਾਂ ਦੇ ਵਿੱਚ ਉਹ ਜਿਹੜਾ ਝੂਠਾ ਕੌਨਫੀਡੈਂਸ ਭਰਨ ਦੇ ਲਈ ਕਿ ਯੂ ਕੈਨ ਡੂ ਦੈਟ, ਯੂ ਸ਼ੁੱਡ ਡੂ ਦਿਸ ਐਂਡ ਦੈਟ, ਯੂ ਨੋ, ਇੱਦਾਂ ਦੀਆਂ ਚੀਜ਼ਾਂ, ਇੱਦਾਂ ਦੇ ਪਿੱਛੇ ਸਾਨੂੰ ਦੁਬਾਰਾ ਪੰਪ ਦੇ ਕੇ, ਜੇ ਕੋਈ ਬਾਹਰੋਂ ਟੁੱਟ ਵੀ ਜਾਂਦਾ ਤਾਂ ਉਹਨੂੰ ਦੁਬਾਰਾ ਫਿਰ ਜੋੜਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ। ਸਾਰੀ ਦੁਨੀਆ ਇੱਦਾਂ ਹੀ ਚੱਲਦੀ ਹੈ। ਸੋ ਗੁਰੂ ਸਾਹਿਬ ਜੀ ਕਹਿੰਦੇ ਨੇ, ਬਿਖਿਅਨ ਸਿਉ ਕਾਹੇ ਰਚਿਓ, ਤੂੰ ਇਹਨਾਂ ਚੀਜ਼ਾਂ ਦੇ ਵਿੱਚ ਕਿਉਂ ਰਚਿਆ ਹੋਇਆ ਸਵੇਰ ਤੋਂ ਸ਼ਾਮ ਤੱਕ। ਨਿਮਖ ਨਾ ਹੋਏ ਉਦਾਸ, ਇੱਕ ਪਲ ਦੇ ਲਈ ਵੀ ਤੂੰ ਉਦਾਸ ਨਹੀਂ ਹੁੰਦਾ, ਇੱਕ ਪਲ ਦੇ ਲਈ ਵੀ ਤੇਰੇ ਮਨ ਦੇ ਅੰਦਰ ਇਹ ਸ਼ੰਕਾ ਖੜਾ ਨਹੀਂ ਹੁੰਦਾ, ਤੂੰ ਡਾਊਟ ਨਹੀਂ ਕਰਦਾ ਕਿ ਇਹੀ ਜ਼ਿੰਦਗੀ ਹੈ, ਬਾਹਰ ਵੱਲ ਨੂੰ ਭੱਜਣਾ, ਬਾਹਰ ਦੀਆਂ ਚੀਜ਼ਾਂ ਇਕੱਠੀਆਂ ਕਰਨੀਆਂ। ਕਿਉਂਕਿ ਬਾਹਰ ਦੀਆਂ ਚੀਜ਼ਾਂ ਜਿੰਨੀਆਂ ਵੀ ਤੁਸੀਂ ਇਕੱਠੀਆਂ ਕਰੋਗੇ ਉਹ ਬਾਹਰ ਹੀ ਰਹਿਣਗੀਆਂ ਤੁਹਾਡੀ ਬੋਡੀ ਤੋਂ। ਦੁੱਖ ਤੁਹਾਡੇ ਅੰਦਰ ਹੈ, ਬਾਹਰ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਅੰਦਰ ਨਹੀਂ ਆ ਸਕਦੀਆਂ। ਜੇ ਤੁਹਾਨੂੰ ਭੁੱਖ ਲੱਗੀ ਆ
ਤੇ ਤੁਸੀਂ ਬਾਹਰ ਦੀ ਰੋਟੀ ਜਿਹੜੀ ਹੈ ਸਰੀਰ ਵਿੱਚ ਪਾ ਕੇ ਉਹਨੂੰ ਤ੍ਰਿਪਤ ਕਰ ਸਕਦੇ ਹੋ। ਜੇ ਤੁਹਾਨੂੰ ਪਿਆਸ ਲੱਗੀ ਹੈ, ਤੁਸੀਂ ਬਾਹਰੋਂ ਪਾਣੀ ਲੈ ਕੇ ਪੀ ਕੇ ਸਰੀਰ ਦੇ ਅੰਦਰ ਉਹਨੂੰ ਪਾ ਕੇ ਆਪਣੀ ਜਿਹੜੀ ਤੁਹਾਨੂੰ ਪਿਆਸ ਹੈ ਉਹ ਮਿਟਾ ਸਕਦੇ ਹੋ। ਬਟ ਜਿਹੜਾ ਸੁੱਖ ਹੈ, ਜਿਹੜਾ ਆਨੰਦ ਹੈ, ਉਹ ਬਾਹਰ ਦੀਆਂ ਚੀਜ਼ਾਂ ਸਾਨੂੰ ਇੱਦਾਂ ਲੱਗਦਾ ਕਿ ਜਿਵੇਂ ਅਸੀਂ ਸਰੀਰ ਦੇ ਵਿੱਚ ਬਾਹਰੋਂ ਸਾਨੂੰ ਰੋਟੀ ਮਿਲੀ, ਪਾਣੀ ਮਿਲਿਆ, ਇੱਦਾਂ ਅਸੀਂ ਤ੍ਰਿਪਤ ਹੋ ਗਏ। ਸ਼ਾਇਦ ਜਿਹੜਾ ਸੁੱਖ ਹੈ, ਜਿਹੜਾ ਆਨੰਦ ਹੈ, ਜਿਹਨੂੰ ਗੁਰਬਾਣੀ 'ਚ ਆਨੰਦ ਕਿਹਾ ਗਿਆ, ਪਰ ਸੰਸਾਰੀ ਲੋਕਾਂ ਨੂੰ ਸੁੱਖ ਕਹਿੰਦੇ ਨੇ, ਉਹ ਚੀਜ਼ ਅਲੱਗ ਹੈ। ਬਟ ਫੋਰ ਐਗਜ਼ਾਮਪਲ ਉਹ ਸਾਨੂੰ ਲੱਗਦਾ ਕਿ ਬਾਹਰ ਦੀਆਂ ਚੀਜ਼ਾਂ ਅਸੀਂ ਇਕੱਠੀਆਂ ਕਰ ਲਵਾਂਗੇ ਅਤੇ ਸਾਨੂੰ ਸੁੱਖ ਮਿਲ ਜਾਏਗਾ, ਜਿਹਨੂੰ ਆਪਾਂ ਹੈਪੀਨੈਸ ਕਹਿ ਦਿੰਦੇ ਹਾਂ। ਬਟ ਗੁਰੂ ਸਾਹਿਬ ਜੀ ਕਹਿੰਦੇ ਨੇ ਬਾਹਰੋਂ ਜੋ ਤੁਸੀਂ ਕੁਛ ਵੀ ਇਕੱਠਾ ਕਰੋਗੇ, ਵੱਡੇ ਤੋਂ ਵੱਡਾ ਚੀਜ਼ ਇਕੱਠੀ ਕਰ ਲਓ, ਅੰਦਰ ਦੀ ਜਿਹੜੀ ਸ਼ਾਂਤੀ ਹੈ, ਅੰਦਰ ਦਾ ਜਿਹੜਾ ਸੁੱਖ ਹੈ, ਉਹ ਬਾਹਰੋਂ ਨਹੀਂ ਮਿਲ ਸਕਦਾ। ਜਿਵੇਂ ਕਿ ਸਿਕੰਦਰ ਦੀ ਤੁਸੀਂ ਸਟੋਰੀ ਸੁਣੀ ਹੋਏਗੀ ਕਿ ਸਿਕੰਦਰ ਨੂੰ ਕਿਸੇ ਫਕੀਰ ਨੇ ਪੁੱਛਿਆ ਕਿ ਤੂੰ ਕੀ ਕਰ ਰਿਹਾ ਜ਼ਿੰਦਗੀ 'ਚ, ਤੂੰ ਕਰਦਾ ਕੀ ਪਿਆ, ਲੋਕ ਮਾਰ ਰਿਹਾ, ਵੱਢ ਰਿਹਾ, ਇੰਨਾ ਤੂੰ ਖੂਨ ਵਹਾ ਰਿਹਾ, ਚੀਜ਼ਾਂ ਇਕੱਠੀਆਂ ਕਰੀ ਜਾ ਰਿਹਾ, ਚੀਜ਼ਾਂ ਇਕੱਠੀਆਂ ਕਰਕੇ ਕਰੇਗਾ ਕੀ? ਉਹ ਕਹਿੰਦਾ ਮੈਂ ਦੁਨੀਆ 'ਤੇ ਮੇਰਾ ਨਾਮ ਰਹੇਗਾ, ਆਉਣ ਵਾਲੀ ਜਦੋਂ ਤੱਕ ਇਸ ਸੰਸਾਰ ਦੇ ਅੰਦਰ ਕੋਈ ਬੰਦਾ ਰਹੇਗਾ ਮੇਰਾ ਨਾਮ ਯਾਦ ਰੱਖੇਗਾ। ਤੇ ਫਕੀਰ ਨੇ ਕਿਹਾ ਨਾਮ ਜੇ ਤੂੰ ਚਲਾ ਜਾਏਗਾ, ਮਰ ਜਾਏਗਾ, ਜਦੋਂ ਤੂੰ ਹੀ ਇਸ ਦੁਨੀਆ ਤੋਂ ਚਲਾ ਗਿਆ ਤੇ ਤੇਰਾ ਨਾਮ ਰਹਿ ਵੀ ਗਿਆ ਤੇ ਕੀ ਹੋ ਗਿਆ? ਕਿਉਂਕਿ ਜਿਹੜੀ ਜ਼ਿੰਦਗੀ ਤੂੰ ਜੀਣ ਲਈ ਆਇਆ ਸੀ ਉਹ ਜ਼ਿੰਦਗੀ ਤੂੰ ਜੀਆ ਹੀ ਨਹੀਂ, ਤੂੰ ਤਾਂ ਜ਼ਿੰਦਗੀ ਜਿਹੜੀ ਇਹ ਚੀਜ਼ਾਂ ਇਕੱਠੀਆਂ ਕਰਨ 'ਚ ਕੱਢ ਦਿੱਤੀ। ਅਤੇ ਇਹਨਾਂ ਚੀਜ਼ਾਂ ਦਾ ਮੁੱਲ ਵੀ ਕੀ ਹੈ? ਇਹਨਾਂ ਚੀਜ਼ਾਂ ਦੀ ਜਿਹੜੀ ਕੋਸਟ ਹੈ ਉਹ ਕਿੰਨੀ ਕੀ ਹੈ? ਜਿਹੜਾ ਸਿਕੰਦਰ ਸੀ ਉਹਨੇ ਕਿਹਾ ਇਹਨਾਂ ਚੀਜ਼ਾਂ ਦੀ ਕੋਸਟ ਬਹੁਤ ਜ਼ਿਆਦਾ ਹੈ। ਕਿੰਨੇ ਲੋਕ ਇਹਨਾਂ ਚੀਜ਼ਾਂ ਨੂੰ ਇਕੱਠੇ ਕਰਨ ਦੇ ਲਈ ਮੈਂ ਮਾਰੇ ਨੇ, ਕਿੰਨਾ ਟਾਈਮ ਮੈਂ ਇਹਨਾਂ ਨੂੰ ਇਕੱਠੇ ਕਰਨ ਦੇ ਲਈ ਜਿਹੜਾ ਸਪੈਂਡ ਕੀਤਾ। ਅਤੇ ਉਹ ਫਕੀਰ ਹੱਸਣ ਲੱਗਾ, ਕਹਿੰਦਾ ਨਹੀਂ, ਇਹਨਾਂ ਚੀਜ਼ਾਂ ਦੀ ਜਿਹੜੀ ਕੀਮਤ ਹੈ ਉਹ ਕੁਛ ਵੀ ਨਹੀਂ, ਤੈਨੂੰ ਸਿਰਫ ਇੱਕ ਭੁਲੇਖਾ ਹੈ, ਤੈਨੂੰ ਸਿਰਫ ਇੱਕ ਤੇਰੇ ਮਨ ਦੇ ਅੰਦਰ ਇਲਿਊਜ਼ਨ ਹੈ। ਉਹ ਫਕੀਰ ਨੇ ਸਿਕੰਦਰ ਨੂੰ ਪੁੱਛਿਆ, ਕਹਿੰਦਾ ਸਿਕੰਦਰ ਮੈਨੂੰ ਇਹ ਦੱਸ, ਜੇ ਤੂੰ ਕਿਧਰੇ ਰੇਗਿਸਤਾਨ ਦੇ ਅੰਦਰ ਇਕੱਲਾ ਭਟਕ ਜਾਏ, ਤੇਰੇ ਆਲੇ ਦੁਆਲੇ ਕੋਈ ਤੇਰਾ ਅਹਿਲਕਾਰ, ਤੇਰਾ ਕੋਈ ਮੰਤਰੀ ਜਾਂ ਤੇਰੀਆਂ ਜਿਹੜੀਆਂ ਚੀਜ਼ਾਂ ਤੂੰ ਇਕੱਠੀਆਂ ਕੀਤੀਆਂ ਤੇਰੇ ਕੋਲ ਕੁਛ ਵੀ ਨਾ ਹੋਏ, ਅਤੇ ਤੂੰ ਕਿਧਰੇ ਭਟਕ ਜਾਏ, ਗਰਮੀਆਂ ਦੇ ਦਿਨ ਹੋਣ, ਸੂਰਜ ਜਿਹੜਾ ਸਿਰ 'ਤੇ ਹੋਏ, ਪਸੀਨੋ ਪਸੀਨ ਤੂੰ ਉਸ ਰੇਗਿਸਤਾਨ ਦੇ ਵਿੱਚ ਭਟਕ ਗਿਆ, ਤੈਨੂੰ ਪਿਆਸ ਲੱਗੀ ਹੈ, ਅਤੇ ਮੈਂ ਤੈਨੂੰ ਉਸ ਰੇਗਿਸਤਾਨ ਦੇ ਅੰਦਰ ਮਿਲਾਂ ਅਤੇ ਮੇਰੇ ਕੋਲ ਇੱਕ ਗਲਾਸ ਦੀ ਬੋਟਲ ਹੋਵੇ, ਮੇਰੇ ਕੋਲ ਇੱਕ ਗਲਾਸ ਦਾ ਪੋਟਲੀ ਹੋਵੇ, ਇੱਕ ਪਾਣੀ ਦੀ ਪੋਟਲੀ ਹੋਵੇ, ਅਤੇ ਦੱਸ ਤੂੰ, ਮੈਂ ਤੇਰੇ ਅੱਗੇ ਸ਼ਰਤ ਰੱਖਾਂ ਕਿ ਹੇ ਸਿਕੰਦਰ ਮੇਰੇ ਕੋਲ ਪਾਣੀ ਹੈ, ਦੱਸ ਤੂੰ ਕੀ ਦੇਣ ਦੇ ਲਈ ਤਿਆਰ ਹੈ? ਅਤੇ ਸਿਕੰਦਰ ਕਹਿੰਦਾ ਜੇ ਐਸੀ ਕੋਈ ਜਿਹੜੀ ਸਿਚੁਏਸ਼ਨ ਤੂੰ ਕ੍ਰੀਏਟ ਕੀਤੀ, ਇੱਦਾਂ ਦੀ ਸਿਚੁਏਸ਼ਨ ਕੋਈ ਬਣ ਜਾਏ ਅਤੇ ਤੇਰੇ ਕੋਲ ਪਾਣੀ ਹੋਏ, ਮੈਨੂੰ ਪਿਆਸ ਲੱਗੀ ਹੋਏ, ਅਤੇ ਮੈਂ ਤੈਨੂੰ ਆਪਣਾ ਅੱਧਾ ਰਾਜ ਜਿਹੜਾ ਹੈ, ਜੋ ਵੀ ਮੈਂ ਹੁਣ ਤੱਕ ਜਿੱਤਿਆ, ਉਹ ਤੈਨੂੰ ਦੇਣ ਲਈ ਤਿਆਰ ਹੋ ਜਾਵਾਂਗਾ। ਫਕੀਰ ਕਹਿੰਦਾ ਨਹੀਂ, ਮੈਂ ਅੱਧੇ ਰਾਜ ਦੇ ਲਈ ਤੈਨੂੰ ਪਾਣੀ ਦੇਣ ਲਈ ਤਿਆਰ ਨਹੀਂ, ਹੋਰ ਦੱਸ ਤੂੰ ਕੀ ਕਰ ਸਕਦਾ? ਅਤੇ ਸਿਕੰਦਰ ਕਹਿਣ ਲੱਗਾ ਫਿਰ ਮੈਂ ਆਪਣਾ ਪੂਰਾ ਦਾ ਪੂਰਾ ਰਾਜ ਜਿਹੜਾ ਹੁਣ ਤੱਕ ਜੋ ਵੀ ਮੈਂ ਜਿੱਤਿਆ, ਉਹ ਸਭ ਕੁਛ ਮੈਂ ਤੈਨੂੰ ਉਸ ਪਾਣੀ ਦੇ ਬਦਲੇ ਦੇਣ ਲਈ ਤਿਆਰ ਹੋ ਜਾਵਾਂਗਾ। ਫਕੀਰ ਹੱਸਣ ਲੱਗਾ ਉੱਚਾ ਉੱਚਾ, ਕਹਿਣ ਲੱਗਾ ਹੇ ਸਿਕੰਦਰ, ਜਿਹੜੀਆਂ ਚੀਜ਼ਾਂ ਤੂੰ ਇਕੱਠੀਆਂ ਕਰਨ ਦੇ ਲਈ ਇੰਨਾ ਟਾਈਮ, ਇੰਨਾ ਸਮਾਂ, ਇੰਨੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਨੇ, ਉਹ ਸਾਰੇ ਸਮਰਾਜਿਆ ਦਾ ਜੇ ਤੂੰ ਮੁੱਲ ਲਾਵੇਂ, ਜੇ ਤੂੰ ਕੋਸਟ ਲਾਵੇਂ, ਤਾਂ ਸਿਰਫ ਇੱਕ ਪਾਣੀ ਦਾ ਗਲਾਸ, ਉਸ ਪਾਣੀ ਦੇ ਗਲਾਸ ਦੇ ਬਦਲੇ ਤੂੰ ਇੰਨਾ ਕੁਛ ਇਕੱਠਾ ਕੀਤਾ ਹੈ। ਸਿਰਫ ਇਹ ਸਿਚੁਏਸ਼ਨ ਦੀ ਗੱਲ ਹੈ ਕਿ ਉਸ ਸਿਚੁਏਸ਼ਨ 'ਚ ਤੂੰ ਹੁਣ ਤੱਕ ਆਇਆ ਨਹੀਂ, ਜੇ ਆ ਜਾਏ ਤਾਂ ਉਹਦੀ ਕੀਮਤ ਸਿਰਫ ਇੱਕ ਪਾਣੀ ਦਾ ਗਲਾਸ ਹੈ। ਸੋ ਇਸੇ ਤਰੀਕੇ ਨਾਲ ਅਸੀਂ ਵੀ ਜੋ ਵੀ ਇਕੱਠਾ ਕਰਦੇ ਹਾਂ ਉਹ ਸਿਚੁਏਸ਼ਨ 'ਤੇ ਡਿਪੈਂਡ ਕਰਦਾ, ਅਸੀਂ ਕਿੱਥੇ ਰਹਿੰਦੇ ਹਾਂ, ਕਿਵੇਂ ਰਹਿੰਦੇ ਹਾਂ, ਕਿਹੜੀ ਸੁਸਾਇਟੀ 'ਚ ਰਹਿੰਦੇ ਹਾਂ, ਸਾਨੂੰ ਕੀ ਸਾਡੀ ਕੰਡੀਸ਼ਨਿੰਗ ਹੈ। ਜੋ ਸਾਨੂੰ ਸਮਝਾ ਦਿੱਤਾ ਗਿਆ ਅਸੀਂ ਉਹ ਮੰਨ ਕੇ ਤੁਰ ਪੈਂਦੇ ਹਾਂ, ਕਦੀ ਕੁਐਸਚਨ ਨਹੀਂ ਕਰਦੇ, ਕਦੀ ਉਦਾਸ ਨਹੀਂ ਹੁੰਦੇ, ਕਦੇ ਡਾਊਟ ਨਹੀਂ ਕਰਦੇ। ਜਿਵੇਂ ਗੁਰੂ ਜੀ ਕਹਿੰਦੇ ਨੇ ਕਿ ਕਰਨ ਕੀ ਆਏ ਹੋ ਅਤੇ ਕੀ ਕਰਨ ਲੱਗੇ ਹੋਏ ਹੋ। ਜਿਵੇਂ ਪਹਿਲੇ ਸਲੋਕ ਦੇ ਅੰਦਰ ਕਿਹਾ ਸੀ ਨਾ ਕਿ ਜੀਵਨ ਅਕਾਰਥ ਜਾ ਰਿਹਾ, ਬੇਫਾਲਤੂ ਦੀਆਂ ਚੀਜ਼ਾਂ ਇਕੱਠੀਆਂ ਕਰਨ 'ਚ ਜਾ ਰਿਹਾ। ਸੋ ਕਹਿੰਦੇ ਨੇ ਨਿਮਖ ਨਾ ਹੋਏ ਉਦਾਸ, ਕਹੋ ਨਾਨਕ ਭਜ ਹਰ ਮਨਾ, ਪਰੈ ਨਾ ਜਮ ਕੀ ਫਾਸ। ਗੁਰੂ ਜੀ ਕਹਿੰਦੇ ਨੇ ਹੇ ਮੇਰੇ ਮਨ, ਉਸ ਹਰੀ ਨੂੰ ਭੱਜ, ਫਿਰ ਤੂੰ ਜਿਹੜੀ ਹੈ ਮੌਤ ਤੈਨੂੰ ਖਾ ਨਹੀਂ ਸਕਦੀ, ਮੌਤ ਤੈਨੂੰ ਮਾਰ ਨਹੀਂ ਸਕਦੀ। ਬਟ ਜਦੋਂ ਤੱਕ ਤੂੰ ਇਹ ਚੀਜ਼ਾਂ ਇਕੱਠੀਆਂ ਕਰਨ 'ਚ ਲੱਗੀਆਂ, ਉਹ ਚੀਜ਼ਾਂ ਵੀ ਮਰਨਗੀਆਂ, ਕਿਉਂਕਿ ਉਹ ਚੀਜ਼ਾਂ ਜਿਹੜੀਆਂ ਨੇ ਉਹ ਬਾਹਰ ਨੇ, ਉਹ ਪਹਿਲਾਂ ਹੀ ਮੁਰਦਾ ਚੀਜ਼ਾਂ ਇਕੱਠੀਆਂ ਕਰਨ 'ਚ ਲੱਗਿਆ ਹੋਇਆ। ਤੂੰ ਕੋਈ ਗੱਡੀ ਲੈ ਲਈ, ਕੋਈ ਵੱਡਾ ਘਰ ਲੈ ਲਿਆ, ਘੋੜੇ ਲੈ ਲਏ, ਜਾਇਦਾਦ ਇਕੱਠੀ ਕਰ ਲਈ, ਸਭ ਮੁਰਦਾ ਹੈ। ਉਹ ਸਭ ਮੁਰਦਾ ਇਕੱਠਾ ਕਰਦਿਆਂ ਤੇਰੀ ਆਤਮਾ ਵੀ ਮੁਰਦਾ ਹੋ ਗਈ ਹੈ, ਤੂੰ ਵੀ ਅੰਦਰੋਂ ਮੁਰਦਾ ਹੋ ਗਿਆ, ਤੂੰ ਵੀ ਆਪਣੇ ਜੀਵਨ ਦੇ ਨਾਲ ਕਿੰਨੇ ਕੰਪਰੋਮਾਈਜ਼ ਕਰ ਲਏ ਨੇ।
ਤੂੰ ਜੀ ਨਹੀਂ ਰਿਹਾ, ਤੂੰ ਮਰ ਹੀ ਰਿਹਾ। ਉਹ ਮਰੀਆਂ ਮੁਰਦਾ ਚੀਜ਼ਾਂ ਇਕੱਠੀਆਂ ਕਰਦੇ ਹੋਏ ਵੀ ਤੂੰ ਮਰਦਾ ਹੀ ਪਿਆ। ਸੋ ਗੁਰੂ ਜੀ ਕਹਿੰਦੇ ਨੇ ਕੁਝ ਐਸੀ ਚੀਜ਼ ਲੱਭ, ਕੋਈ ਐਸੀ ਸਟੇਟ ਆਫ ਮਾਈਂਡ ਜਾਂ ਕੁਝ ਐਸੀ ਸਟੇਟ ਆਫ ਬੀਇੰਗ ਜੋ ਤੇਰੇ ਅੰਦਰ ਹੈ, ਉਹਦੀ ਖੋਜ ਕਰ, ਉਸ ਨੂੰ ਭੱਜ, ਜੋ ਤੂੰ ਮੌਤ ਤੋਂ ਪਾਰ ਹੋ ਜਾਏ। ਕਿਉਂਕਿ ਜੋ ਤੂੰ ਮੌਤ ਤੋਂ ਪਾਰ ਨਹੀਂ ਹੋਏਗਾ, ਤੇਰੇ ਮਨ ਦੇ ਅੰਦਰ ਇੱਛਾਵਾਂ, ਤੇਰੇ ਮਨ ਦੇ ਅੰਦਰ ਮੰਗਾਂ ਖੜੀਆਂ ਰਹਿਣਗੀਆਂ, ਹੋਰ ਇਕੱਠੇ ਕਰ ਲਾਂ, ਹੋਰ ਇਕੱਠਾ ਕਰ ਲਵਾਂ। ਉਦੋਂ ਤੱਕ ਇਹ ਇਕੱਠਾ ਕਰਨ ਦੀ ਜਿਹੜੀ ਤੇਰੇ ਮਨ ਦੇ ਅੰਦਰ ਇੱਕ ਆਦਤ ਹੈ, ਇਸ ਆਦਤ ਕਰਕੇ, ਇਹਨਾਂ ਮੰਗਾਂ ਕਰਕੇ ਤੂੰ ਹੋਰ ਜਨਮ ਲਏਗਾ, ਹੋਰ ਭਟਕੇਗਾ, ਹੋਰ ਮਰੇਗਾ। ਸੋ ਕੁਝ ਐਸਾ ਇਕੱਠਾ ਕਰ ਜੋ ਇਸ ਜ਼ਿੰਦਗੀ ਤੋਂ ਪਾਰ ਜਾ ਸਕੇ ਤੇਰੇ ਨਾਲ। ਇੱਥੇ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਦਾ ਕਿ ਸਾਨੂੰ ਇਹ ਅਕਸਰ ਆਖਿਆ ਜਾਂਦਾ ਧਰਮ ਇੱਕ ਦੁਨੀਆ ਦੇ ਅੰਦਰ, ਧਰਮ ਦੇ ਜੇ ਅਸੀਂ ਗੁਰਦੁਆਰਾ ਸਾਹਿਬ ਅੰਦਰ ਜਾਈਏ ਜਾਂ ਮੰਦਿਰ ਅੰਦਰ ਜਾਈਏ ਜਾਂ ਮਸਜਿਦ ਅੰਦਰ ਜਾਈਏ ਜਾਂ ਕੋਈ ਵੀ ਧਰਮ ਹੈ, तो ਉੱਥੇ ਇਹੀ ਕਿਹਾ ਜਾਂਦਾ ਹੈ ਕੁਛ ਐਸਾ ਇਕੱਠਾ ਕਰ लो जो मौत के पार जा सके। तुम जायदाद इकट्ठी कर रहे हो, धन इकट्ठा कर रहे हो, रिश्ते नाते इकट्ठे कर रहे हो, सब मरने में यही रह जाएंगे। बट शरीर तो तुसीं कुछ भी इकट्ठा करोगे, शरीर जिहड़ा मरण धर्म है, शरीर मरेगा। शरीर दे नालों, शरीर दी ਬਣਤਰ ਤੋਂ ਤੁਸੀਂ ਕੁਛ ਵੀ ਇਕੱਠਾ ਕਰੋਗੇ ਸਰੀਰ ਦੀ ਮਿਹਨਤ ਕਰਕੇ, ਭਾਵੇਂ ਪੈਸਾ ਹੈ, ਭਾਵੇਂ ਉਹ ਧਨ ਜਾਇਦਾਦ ਹੈ, ਨਾਮ ਹੈ, ਰਿਸ਼ਤੇ ਨਾਤੇ ਨੇ, ਪੁੱਤਰ ਧੀਆਂ ਨੇ, ਸਰੀਰ ਖਤਮ ਹੋਏਗਾ। ਸਰੀਰ ਦੇ ਨਾਲ ਤੁਸੀਂ ਜੋ ਵੀ ਇਕੱਠਾ ਕੀਤਾ ਉਹ ਸਭ ਖਤਮ ਹੋਏਗਾ। ਤੇ ਜੇ ਸਰੀਰ ਦੇ ਨਾਲ ਤੁਸੀਂ ਧਰਮ ਕਮਾਓ, ਕਹੋ ਜੀ ਸਰੀਰ ਦੇ ਨਾਲ ਹੀ ਮੈਂ ਰਾਮ ਨਾਮ ਜਪਾਂਗਾ, ਉਹ ਸਰੀਰ ਕੀ ਆ? ਉਹ ਤੁਹਾਡੀ ਜੀਭਾ ਜਪ ਰਹੀ ਹੈ ਨਾਮ, ਉਹ ਜੀਭਾ ਵੀ ਜਾਏਗੀ। ਜੇ ਜੀਭਾ ਚਲੀ ਗਈ ਤਾਂ ਨਾਮ ਕਿੱਥੇ ਰਹਿ ਸਕਦਾ? ਸੋ ਕੁਛ ਐਸਾ ਜਿਹੜਾ ਅੰਦਰ ਸਾਡਾ, ਜਿਹੜਾ ਸਰੀਰ ਤੋਂ ਪਰੇ ਹੈ, ਉਹਨੂੰ ਲੱਭਣਾ ਪਏਗਾ। ਇਸ ਦੁਨੀਆ ਦੇ ਅੰਦਰ ਅਸੀਂ ਕੁਛ ਵੀ ਇਕੱਠਾ ਕਰਦੇ ਹਾਂ, ਕੁਛ ਵੀ ਲੈਣਾ ਚਾਹੁੰਦੇ ਹਾਂ, ਅਤੇ ਉਹਦਾ ਪ੍ਰੋਸੈਸ ਕੀ ਹੈ? ਉਹਦਾ ਪ੍ਰੋਸੈਸ ਇਹ ਹੈ ਕਿ ਤੁਹਾਡਾ ਮਾਈਂਡ ਜਿਹੜਾ ਉਹ ਆਈਡੀਆ ਕ੍ਰੀਏਟ ਕਰਦਾ, ਅਤੇ ਤੁਹਾਡੀ ਬੋਡੀ ਐਫਰਟ ਕਰਕੇ, ਮਿਹਨਤ ਕਰਕੇ ਉਹ ਚੀਜ਼ ਨੂੰ ਤੁਸੀਂ ਪਾ ਲੈਂਦੇ ਹੋ। ਪਰ ਧਰਮ ਦੇ ਅੰਦਰ ਇੱਦਾਂ ਨਹੀਂ ਹੈ। ਧਰਮ ਦੇ ਅੰਦਰ ਉਲਟਾ ਹੈ। ਧਰਮ ਦੇ ਅੰਦਰ ਜਦੋਂ ਤੱਕ ਤੁਸੀਂ ਸਰੀਰ ਨੂੰ ਸ਼ਾਂਤ ਨਹੀਂ ਕਰ ਲੈਂਦੇ, ਮਨ ਨੂੰ ਸ਼ਾਂਤ ਨਹੀਂ ਕਰ ਲੈਂਦੇ, ਉਦੋਂ ਤੱਕ ਤੁਸੀਂ ਉਸ ਤੱਤਵ ਨੂੰ ਨਹੀਂ ਪਾ ਸਕਦੇ ਜਿਹੜਾ ਸਰੀਰ ਅਤੇ ਮਨ ਤੋਂ ਪਾਰ ਹੈ। ਸੋ ਧਰਮ ਦੀ ਜਿਹੜੀ ਸਾਰੀ ਕਿਰਤ ਵਿਰਤ ਹੈ ਉਹ ਸਰੀਰ ਨਾਲ ਨਹੀਂ ਕੀਤੀ ਜਾ ਸਕਦੀ। ਸਰੀਰ ਨਾਲ ਉਦੋਂ ਤੱਕ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਸੰਸਾਰਿਕ ਤੌਰ 'ਤੇ ਐਕਟਿਵ ਹੋ, ਜਿਹਨੂੰ ਕਰਮ ਯੋਗ ਕਿਹਾ ਗਿਆ ਕਿ ਸਰੀਰ ਨੂੰ ਜਿਹੜਾ ਇਸ ਤਰੀਕੇ ਨਾਲ ਵਰਤੋ ਦੁਨੀਆ ਦੇ ਅੰਦਰ ਸੇਵਾ ਭਾਵ ਦੇ ਨਾਲ। ਤੁਹਾਡੇ ਮਨ ਦੇ ਅੰਦਰ ਸਰੀਰ ਨਾਲ ਤੁਸੀਂ ਕੁਛ ਵੀ ਕਰ ਰਹੇ ਹੋ ਤੇ ਇਹ ਭਾਵ ਪੈਦਾ ਨਾ ਹੋਏ ਕਿ ਮੈਂ ਕਰ ਰਿਹਾ, ਈਗੋ ਜਿਹੜੀ ਉਹ ਵਧੇ ਨਾ। ਸੋ ਸਰੀਰ ਤੋਂ ਅਸੀਂ ਬਾਹਰੀ ਚੀਜ਼ਾਂ ਇਕੱਠੀਆਂ ਕਰਦੇ ਹਾਂ, ਸਰੀਰ ਤੋਂ ਅਸੀਂ ਧਰਮ ਕਰਦੇ ਹਾਂ, ਪਰ ਜਦੋਂ ਤੱਕ ਤੁਸੀਂ ਉਸ ਤੱਤਵ ਦੀ ਖੋਜ ਨਹੀਂ ਕਰ ਲੈਂਦੇ, ਉਸ ਹਰੀ ਦੀ ਖੋਜ ਨਹੀਂ ਕਰ ਲੈਂਦੇ ਜਿਹੜਾ ਸਰੀਰ ਤੋਂ ਪਾਰ ਹੈ, ਜਿਹੜਾ ਮਨ ਤੋਂ ਪਾਰ ਹੈ, ਭਾਵ ਜਿਹੜਾ ਮੌਤ ਤੋਂ ਪਾਰ ਤੁਹਾਨੂੰ ਲੈ ਜਾਏਗਾ, ਉਦੋਂ ਤੱਕ ਜਿਹੜਾ ਹੈ ਗੁਰੂ ਸਾਹਿਬ ਜੀ ਕਹਿੰਦੇ ਨੇ ਇੱਦਾਂ ਹੀ ਤੂੰ ਵਿਖਿਆ ਦੇ ਵਿੱਚ ਰਚਿਆ ਰਹੇਗਾ, ਜ਼ਹਿਰ ਪੀਂਦਾ ਰਹੇਗਾ। ਉਹ ਜ਼ਹਿਰ ਜਿਹੜਾ ਕੁਛ ਵੀ ਹੋ ਸਕਦਾ। ਨਾਮ ਅਸੀਂ ਬੜੇ ਚੰਗੇ ਚੰਗੇ ਦਿੱਤੇ ਹੋਏ ਨੇ, ਬਟ ਜਦੋਂ ਤੱਕ ਅਸੀਂ ਬਾਹਰ ਰੁੱਝੇ ਹੋਏ ਹਾਂ, ਜਦੋਂ ਤੱਕ ਅਸੀਂ ਬਾਹਰ ਭਟਕਦੇ ਰਹਿੰਦੇ ਹਾਂ, ਉਦੋਂ ਤੱਕ ਸੁੱਖ ਨਹੀਂ। ਸੋ ਗੁਰੂ ਜੀ ਕਹਿੰਦੇ ਨੇ ਕਹੋ ਨਾਨਕ ਹਰ ਭਜ ਮਨਾ, ਪਰੇ ਨਾ ਜਮ ਕੀ ਫਾਸ। ਇੱਦਾਂ ਦਾ ਕੋਈ ਕੰਮ ਕਰ, ਇੱਦਾਂ ਦਾ ਕੋਈ ਤੱਤ ਖੋਜ, ਇੱਦਾਂ ਦੀ ਕੋਈ ਅਵਸਥਾ ਲੱਭ ਜਿੱਥੇ ਤੈਨੂੰ ਮੌਤ ਟੱਚ ਨਾ ਕਰ ਸਕੇ। ਸੋ ਪਹਿਲੇ ਸਲੋਕ ਦੇ ਅੰਦਰ ਗੁਰੂ ਸਾਹਿਬ ਨੇ ਦੱਸਿਆ ਸੀ ਕਿ ਅਸੀਂ ਜਨਮ ਜਿਹੜਾ ਇੱਦਾਂ ਬਤੀਤ ਕਰ ਰਹੇ ਹਾਂ, ਇੱਦਾਂ ਹੀ ਕੱਢ ਰਹੇ ਹਾਂ, ਇੱਦਾਂ ਗੁਜ਼ਾਰ ਰਹੇ ਹਾਂ। ਹੁਣ ਦੂਜੇ ਸਲੋਕ ਦੇ ਅੰਦਰ ਇਹ ਦੱਸਿਆ ਕਿ ਅਸੀਂ ਕਿੱਦਾਂ ਗੁਜ਼ਾਰ ਰਹੇ ਹਾਂ। ਅਸੀਂ ਵਿਖਿਆ ਦੇ ਵਿੱਚ ਰਚੇ ਹੋਏ ਹਾਂ, ਅਸੀਂ ਪੋਇਜ਼ਨ ਪੀ ਰਹੇ ਹਾਂ, ਅਸੀਂ ਜ਼ਹਿਰ ਪੀ ਰਹੇ ਹਾਂ ਨਾਮ ਦਾ, ਪ੍ਰੈਸਟੀਜ, ਕਿ ਦੁਨੀਆ 'ਤੇ ਨਾਮ ਕਰਕੇ ਜਾਣਾ ਹੈ, ਜ਼ਿੰਦਗੀ 'ਚ ਕੁਛ ਕਰਕੇ ਜਾਣਾ ਹੈ, ਜ਼ਿੰਦਗੀ 'ਚ ਕੁਛ ਐਂਬੀਸ਼ਨ ਹੋਣੇ ਚਾਹੀਦੇ ਨੇ। ਇਹ ਸਭ ਕੀ ਹੈ? ਇਹ ਜ਼ਹਿਰ ਹੈ। ਜ਼ਹਿਰ ਦਾ ਅਰਥ ਕੀ ਹੈ? ਤੁਹਾਨੂੰ ਮਾਰ ਦੇਗਾ। ਕੁਛ ਐਸਾ ਲੱਭੋ, ਕੁਛ ਐਸਾ ਖੋਜੋ ਜੋ ਤੁਹਾਨੂੰ ਮਾਰ ਨਾ ਸਕੇ। ਸੋ ਬੜੀ ਸੁੰਦਰ ਗੁਰੂ ਸਾਹਿਬ ਜੀ ਦੀ ਬਾਣੀ ਹੈ। ਆਉਣ ਵਾਲੇ ਟਾਈਮ ਦੇ ਅੰਦਰ ਅਸੀਂ ਹੋਰ ਹੌਲੀ ਹੌਲੀ ਇਹ ਜਿਹੜੀ ਬਾਣੀ ਅਨਫੋਲਡ ਕਰਦੇ ਜਾਵਾਂਗੇ, ਕਿਵੇਂ ਕਿਵੇਂ ਗੁਰੂ ਸਾਹਿਬ ਨੇ ਸਾਨੂੰ ਜੀਣ ਲਈ ਕਿਹਾ ਅਤੇ ਕਿਹੜੇ ਕਿਹੜੇ ਕੰਮ ਛੱਡਣ ਲਈ ਕਿਹਾ। ਸੋ ਸਾਨੂੰ ਜੀਣਾ ਆ ਜਾਏ, ਦੁਨੀਆ ਦੇ ਪਿੱਛੇ ਲੱਗ ਕੇ ਨਾ ਜੀਏ। ਗੁਰੂਆਂ ਦੀ ਜੋ ਬਾਣੀ ਹੈ ਜਾਂ ਸੰਤਾਂ ਮਹਾਤਮਾ ਨੇ ਜੋ ਸਾਨੂੰ ਪਾਸ ਦਰਸਾਏ ਨੇ, ਜੋ ਮਾਰਗ ਦੱਸੇ ਨੇ ਤੁਰਨ ਦੇ ਲਈ, ਉਹਨਾਂ 'ਤੇ ਤੁਰੀਏ। ਇੱਕ ਆਪਣੇ ਜ਼ਿੰਦਗੀ ਦੇ ਅੰਦਰ ਦੇਖਦੇ ਜਾਓ ਕਿ ਜਿਹੜੇ ਲੋਕਾਂ ਨੂੰ ਤੁਸੀਂ ਕਾਪੀ ਕਰ ਰਹੇ ਹੋ, ਜਿਹੜਾ ਲੋਕਾਂ ਦੀ ਤੁਸੀਂ ਗੱਲ ਮੰਨ ਕੇ ਚੱਲ ਰਹੇ ਹੋ, ਕੀ ਉਹ ਲੋਕ ਖੁਸ਼ ਨੇ?
ਕੀ ਉਹ ਲੋਕੀ ਆਨੰਦ ਵਿੱਚ ਨੇ? ਜਿਹੜੇ ਲੋਕ ਕਹਿੰਦੇ ਨੇ ਨਹੀਂ ਧਰਮ ਕਰਮ ਬੇਕਾਰ ਦੀਆਂ ਚੀਜ਼ਾਂ ਨੇ, ਇਹਨਾਂ ਦੇ ਕੁਝ ਨਹੀਂ ਰੱਖਿਆ, ਉਹਨਾਂ ਦੀਆਂ ਅੱਖਾਂ ਵਿੱਚ ਝਾਂਕੋ, ਉਹਨਾਂ ਨੂੰ ਦੇਖੋ ਕਿ ਉਹਨਾਂ ਦੀ ਜ਼ਿੰਦਗੀ ਕਿੱਦਾਂ ਦੀ ਹੈ। ਜੇ ਉਹਨਾਂ ਨੇ ਸਭ ਕੁਝ ਪਾ ਵੀ ਲਿਆ, ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਕੋਈ ਚਾਨਣ ਹੈ, ਕੋਈ ਅੱਖਾਂ ਦੇ ਵਿੱਚ ਉਹਨਾਂ ਦੇ ਲਾਈਟ ਤੁਹਾਨੂੰ ਨਜ਼ਰ ਆਉਂਦੀ, ਕੋਈ ਆਨੰਦ ਦੀ ਬੂੰਦ ਉਹਨਾਂ ਦੇ ਚਿਹਰੇ 'ਤੇ ਝਲਕਦੀ ਹੈ, ਕਿ ਸਿਰਫ ਉਹੀ ਮੁਰਦਾ ਚਿਹਰੇ, ਝੂਠੀਆਂ ਮੁਸਕਾਨਾਂ, ਝੂਠੇ ਚਿਹਰੇ, ਝੂਠੇ ਸ਼ਬਦ, ਖੋਖਲੇ ਸ਼ਬਦ, ਗੱਲਾਂ। ਇਹ ਆਪਣੀ ਜ਼ਿੰਦਗੀ ਦੇ ਅੰਦਰ ਇੱਕ ਹਮੇਸ਼ਾ ਅਵੇਅਰ ਰਹੋ। ਜੋ ਤੁਹਾਨੂੰ ਕੋਈ ਸਲਾਹ ਦੇ ਰਿਹਾ, ਉਹਦੀਆਂ ਅੱਖਾਂ ਦੇ ਵਿੱਚ ਝਾਂਕੋ, ਭਾਵੇਂ ਉਹ ਤੁਹਾਡੇ ਮਾਤਾ ਪਿਤਾ ਨੇ, ਭਾਵੇਂ ਤੁਹਾਡੇ ਫਰੈਂਡਸ ਨੇ, ਭਾਵੇਂ ਕੋਈ ਗੁਰੂ ਹੈ, ਭਾਵੇਂ ਕੋਈ ਕੁਛ ਵੀ ਹੈ। ਜੇ ਉਹਨਾਂ ਦੇ ਜੀਵਨ ਦੇ ਅੰਦਰ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਖੁਸ਼ੀ ਨਹੀਂ, ਖੇੜਾ ਨਹੀਂ, ਉਹ ਖੁਸ਼ ਨਹੀਂ ਨੇ, ਤੇ ਐਸੇ ਲੋਕਾਂ ਦੀ ਸਲਾਹ ਮੰਨਣ ਦੀ ਕੋਈ ਲੋੜ ਨਹੀਂ ਹੁੰਦੀ, ਭਾਵੇਂ ਉਹ ਕਿੰਨੇ ਵੀ ਵੱਡੇ ਹੋਣ, ਕਿੰਨਾ ਵੀ ਉਹਨਾਂ ਦਾ ਨਾਮ ਹੋਵੇ ਦੁਨੀਆ ਦੇ ਅੰਦਰ। ਤੇ ਕੋਈ ਇਨਸਾਨ ਤੁਹਾਨੂੰ ਰੋਡ 'ਤੇ ਤੁਰਦਾ ਮਿਲ ਜਾਏ, ਜਿਹਦੀਆਂ ਅੱਖਾਂ ਦੇ ਵਿੱਚ ਚਮਕ ਹੈ, ਜਿਹਦੀ ਜ਼ਿੰਦਗੀ ਦੇ ਅੰਦਰ ਤੁਹਾਨੂੰ ਲੱਗਦੇ ਆਨੰਦਿਤ ਹੈ ਉਹ ਬੰਦਾ, ਭਾਵੇਂ ਉਹਦੇ ਪੱਲੇ ਕੁਛ ਵੀ ਨਹੀਂ, ਉਸ ਬੰਦੇ ਦੀ ਸਲਾਹ ਲੈ ਲੈਣੀ ਚਾਹੀਦੀ ਹੈ। ਸੋ ਗੁਰੂ ਜਿਹੜੇ ਨੇ, ਸੰਤ ਜਿਹੜੇ ਨੇ, ਭਗਤ ਜਿਹੜੇ ਨੇ, ਐਸੇ ਹੀ ਲੋਕ ਹੋਏ ਨੇ। ਦੁਨਿਆਵੀ ਤੌਰ ਦੇ ਉੱਤੇ ਉਹਨਾਂ ਕੋਲ ਕੁਛ ਨਹੀਂ ਸੀ। ਜੇ ਅਸੀਂ ਅੱਜ ਦੇ ਜਿਹੜਾ ਸੰਸਾਰ ਹੈ, ਅੱਜ ਦੀ ਦੁਨੀਆ, ਉਹਦੇ ਨਾਲ ਜੇ ਆਪਾਂ ਕੰਪੇਅਰ ਕਰੀਏ, ਉਹਨਾਂ ਕੋਲ ਕੋਈ ਗੱਡੀਆਂ ਨਹੀਂ ਸੀ, ਕੋਈ ਵੱਡੇ ਘਰ ਨਹੀਂ ਸੀ, ਕੋਈ ਵੱਡੇ ਉਹਨਾਂ ਕੋਲ ਅਹੁਦੇ ਨਹੀਂ ਸੀ, ਕੋਈ ਉਹ ਡਾਕਟਰ, ਕੋਈ ਇੰਜੀਨੀਅਰ ਨਹੀਂ ਸੀ, ਮਸਤ ਫਕੀਰ। ਬਟ ਉਹਨਾਂ ਨੇ ਕੁਛ ਜਾਣਿਆ, ਕੁਛ ਅੰਦਰ ਪਹਿਚਾਨਿਆ, ਉਸ ਹਰੀ ਨਾਲ ਇੱਕਮਿਕਤਾ ਹੋਈ, ਖੇੜਾ ਮਿਲਿਆ, ਆਨੰਦ ਮਿਲਿਆ। ਤਾਂ ਹੀ ਅੱਜ ਅਸੀਂ ਉਹਨਾਂ ਦੀ ਬਾਣੀ ਪੜ੍ਹਦੇ ਹਾਂ, ਤਾਂ ਹੀ ਉਹਨਾਂ ਦੀ ਅਸੀਂ ਗੱਲ ਜਿਹੜੀ ਸੁਣਦੇ ਹਾਂ, ਮੰਨਦੇ ਹਾਂ। ਪਰ ਕਿਉਂਕਿ ਅੱਜ ਦੀ ਜਿਹੜੀ ਪੀੜ੍ਹੀ ਹੈ, ਅੱਜ ਦੇ ਜਿਹੜੇ ਨੌਜਵਾਨ ਲੋਕ ਨੇ, ਉਹ ਕੈਰੀਅਰ ਓਰੀਐਂਟਡ ਹੋ ਗਏ ਨੇ, ਕਿਉਂਕਿ ਅੱਜ ਕੱਲ੍ਹ ਦੁਨੀਆ ਜਿਹੜੀ ਹੈ ਉਹ ਬਾਹਰ ਨੂੰ ਜ਼ਿਆਦਾ ਭੱਜਣ ਲੱਗ ਪਈ ਹੈ। ਸੋ ਗੁਰੂ ਸਾਹਿਬ ਜੀ ਦੀ ਗੱਲ ਮੰਨੀਏ, ਜਿੱਥੇ ਸਾਨੂੰ ਖੁਸ਼ੀ ਮਿਲਦੀ ਹੋਏ, ਜਿੱਥੇ ਆਨੰਦ ਮਿਲਦਾ ਹੋਏ, ਉੱਧਰ ਵੱਲ ਨੂੰ ਤੁਰੀਏ। ਬਿਨਾਂ ਆਨੰਦ ਤੋਂ, ਬਿਨਾਂ ਖੁਸ਼ੀ ਤੋਂ, ਬਿਨਾਂ ਹੈਪੀਨੈਸ ਤੋਂ ਜ਼ਿੰਦਗੀ ਜੀਣ ਦਾ ਕੋਈ ਮਤਲਬ ਨਹੀਂ। ਜ਼ਿੰਦਗੀ ਭਾਵੇਂ ਇੱਕ ਦਿਨ ਦੀ ਹੋਏ, ਪਰ ਉਹ ਖੁਸ਼ੀਆਂ ਭਰੀ ਹੋਣੀ ਚਾਹੀਦੀ ਹੈ, ਬਜਾਏ ਇਹਦੇ ਕਿ 100 ਸਾਲ ਦੀ ਜ਼ਿੰਦਗੀ ਤੇ ਦੁੱਖਾਂ ਭਰੀ। ਸੋ ਗੁਰੂ ਸਾਹਿਬ ਜੀ ਦੀ ਇਹ ਗੱਲ ਮੰਨ ਕੇ ਅਸੀਂ ਤੁਰੀਏ। ਗੁਰੂ ਸਾਹਿਬ ਜੀ ਜੋ ਕਹਿੰਦੇ ਨੇ, ਉਹਨਾਂ ਵੱਲ, ਉਹਨਾਂ ਦੇ ਕੰਮਾਂ ਵੱਲ, ਉਹਨਾਂ ਦੇ ਸ਼ਬਦਾਂ ਵੱਲ ਉਹਨਾਂ ਧਿਆਨ ਦਈਏ, ਉਹਨੂੰ ਜ਼ਿੰਦਗੀ ਦੇ ਅੰਦਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੰਨਣ ਕਰੀਏ ਜੋ ਉਹਨਾਂ ਨੇ ਕਿਹਾ। ਕਿਉਂਕਿ ਸਾਨੂੰ ਬਾਹਰ ਖਿੱਚਣ ਵਾਲੀ ਦੁਨੀਆ ਬਹੁਤ ਹੈ, ਬਾਹਰ ਖਿੱਚਣ ਵਾਲੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਿਸ਼ਤੇ ਨਾਤੇ ਬਹੁਤ ਨੇ। ਅੰਦਰ ਨੂੰ ਜਾਣ ਦੇ ਲਈ ਸਾਨੂੰ ਸਿਰਫ ਗੁਰਬਾਣੀ ਪ੍ਰੇਰਦੀ ਹੈ, ਸੰਤ ਮਹਾਤਮਾ ਭਗਤ ਇਹ ਪ੍ਰੇਰਦੇ ਨੇ। ਸੋ ਇਹ ਆਪਸ਼ਨ ਸਾਡੇ ਕੋਲ ਹੈ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ। ਸੋ ਮੈਂ ਆਸ ਕਰਦਾ ਕਿ ਗੁਰੂ ਤੇਗ ਬਹਾਦਰ ਜੀ ਦੀ ਇਸ ਸਲੋਕ ਦੇ ਨਾਲ ਅਸੀਂ ਅੱਜ ਦਾ ਦਿਨ ਬਤੀਤ ਕਰਾਂਗੇ, ਵਿਖਿਆ ਦਾ ਸੰਗ ਛੱਡਾਂਗੇ, ਉਸ ਹਰੀ ਦਾ ਸੰਗ ਮਾਨਾਂਗੇ। ਥੈਂਕ ਯੂ।